अजूनी सैभं गुर प्रसाद। चक्र चहन अर बरन जात, अर पात नहन जेहे। रूप रंग अर रेख, भेख को कह न सकत केहे। अचल मूरत अनभव प्रकाश, अम तोज कहजै। कोट इंद्र इंद्राण, साहे साहान गणजै। त्रिभवन महीप, सुर नर असुर। नेत नेत बान तृण कहत, तब सर्ब नाम कथा कवन कर्म नाम वर्णत सुमत। तब सर्ब नाम कथा कवन कर्म नाम वर्णत सुमत। पाति तोरै मालनी, पाति पाति जियो। जिस पाहन को पाति तोरै, सो पाहन नर जियो। भूली मालनी है यो, सतगुर जागता है देव। ब्रह्म पाते बिशन डारे, फूल शंकर देव। तीन देव परतख तोरै, करह किसकी सेव। पाखान गढ़ कै मूरत कीनी, देकै छाती पाओ। जे एहो मूरत साची है, तो गढ़नहारै खाओ। पात पहत अर लापसी, कर करा का सार। भोगन हारै भोगया, इस मूरत कै मुख छार। मालन भूले जग भुलाना, हम भुलाने नाहे। कह कबीर हम राम राखे, कृपा कर हर राय। माधो जल की प्यास न जाए, जल मह अगन उठी अधकाए। तू जल निध हो जल का मीन, जल मह रहो जल बिन खीन। तू पंजर हो सुवटा तोर, जम मंजार कहाँ कर मोर। तू तरवर हो पंखी आहे, मंद भागी तेरो दर्शन नाहे। तू सतगुर हो नौतन चेला, कह कबीर मिल अंत की बेला। तू सतगुर हो नौतन चेला, कह कबीर मिल अंत की बेला। सोपन चरित्र चित्र, बानक बन बचित्र। पावन पवित्र मित्र, आज मोरे आए हैं। परम दयाल लाल, लोचन विशाल। मुख बचन रसाल, मध मधुर पियाए हैं। सोबत सजासन, बिलासन दयंक बाल। प्रेम रस बिस्म हुए सहज समाये हैं। चात्रक शब्द सुन अखियां उघर गई, पई जल मीन। गत बिरहा जगाए हैं, हम अवगुण परे। एक गुण नाही, अमृत छाड़ बिख बिख खाई। माया मोह पर
ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਮਦੀ ਨੂਰ ਅਰਸੋਂ ਕੁਰਸੋਂ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹਮ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ। ਜੋ ਮੋਹਿ ਦੂਜੈ ਚਿਤ ਲਾਏ ਦੇ ਤਿਨਾ ਵਿਆਪਰ ਹੀ ਲਪਟਾਏ। ਹਮ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ। ਜੋ ਮੋਹਿ ਦੂਜੈ ਚਿਤ ਲਾਏ ਦੇ ਤਿਨਾ ਵਿਆਪਰ ਹੀ ਲਪਟਾਏ। ਗੁਰ ਕੈ ਸ਼ਬਦ ਪਰ ਜਾਲੀਐ ਤਾ ਇਹ ਵਿੱਚੋਂ ਜਾਏ। ਤਨ ਮਨ ਹੋਵੈ ਉਜਲਾ ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹੋ ਮਨ ਕੀਤੜਿਆ ਜੁਗ ਭਰਮਿਆ ਥਿਰ ਰਹਿ ਨਾ ਆਵੈ ਜਾਏ। ਹਰ ਭਾਣਾ ਤਾ ਪਰਮਾਇਨ ਕਰ ਪਰਪੰਚ ਖੇਲ ਉਪਾਏ। ਜਾਹਰ ਬਖਸ਼ੇ ਤਾ ਗੁਰ ਮਿਲੈ ਅਸਥਿਰ ਰਹਿ ਸਮਾਏ। ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ। ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ। ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ। ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ। ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਿਜੋਗੀ। ਜੋ ਤਿਸ ਭਾਵੈ ਸੋ ਕਰੇ
ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਿਜੋਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਦੇਨ ਦੁਨੀਆਂ ਦੇ ਮਾਲਕ ਜਗਤ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸ਼੍ਰੋਮਣੀ ਭਗਤ ਸ਼੍ਰੋਮਣੀ ਸੰਤ ਭਗਤ ਕਬੀਰ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ। ਅੱਜ ਦੇ ਦਿਨ ਮਹਾਰਾਜ ਭਗਤ ਕਬੀਰ ਜੀ ਪ੍ਰਗਟ ਹੋਏ ਗੰਗਾ ਦੇ ਕਿਨਾਰੇ। ਨੀਰੂ ਨਾਮ ਦੇ ਜੁਲਾਹੇ ਨੂੰ ਭਗਤ ਕਬੀਰ ਜੀ ਪ੍ਰਾਪਤ ਹੋਏ। ਕਬੀਰ ਪੰਥੀ ਤਾਂ ਇੱਥੋਂ ਤੱਕ ਮੰਨਦੇ ਹੈ ਕਿ ਮਹਾਰਾਜ ਭਗਤ ਕਬੀਰ ਜੀ ਜਿਹੜੇ ਸਾਨੂੰ ਅਵਤਾਰ ਸਨ ਤੋਂ ਬਚਪਨ 'ਚ ਜਨਮ ਤੋਂ ਮਾਤਾ ਪਿਤਾ ਦਾ ਨਹੀਂ ਪਤਾ ਹੈ, ਪਰ ਪਾਲਣਾ ਇਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਨੀਰੂ ਨਾਮ ਦੇ ਜੁਲਾਹੇ ਤੇ ਨੀਮਾ ਨਾਮ ਦੀ ਮਾਈ ਨੇ ਕੀਤੀ। ਬਚਪਨ ਤੋਂ ਹੀ ਮਹਾਰਾਜ ਭਗਤ ਕਬੀਰ ਜੀ ਰੱਬੀ ਰੰਗਾਂ ਵਿੱਚ ਰੰਗੇ ਰਹਿੰਦੇ, ਨਿਰੰਕਾਰ ਦੀ ਇਬਾਦਤ ਵਿੱਚ ਨਿਰੰਕਾਰ ਦੀ ਬੰਦਗੀ ਦੇ ਵਿੱਚ ਬੰਦਗੀ ਇਖਤਿਆਰ ਦੀ ਬਿਰਤੀ ਇਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਬਣੀ ਰਹਿੰਦੀ। ਆਪਣਾ ਕੋਈ ਵੀ ਸਵਾਸ ਪਰਮੇਸ਼ਰ ਦੇ ਚਿੰਤਨ ਤੋਂ ਬਿਨਾਂ ਬਤੀਤ ਨਹੀਂ ਸਨ ਕਰਦੇ। ਥੋੜੇ ਜਿਹੇ ਵੱਡੇ ਹੋਏ ਤੋਂ ਬਨਾਰਸ ਦੇ ਵਿੱਚ ਹੀ ਰਾਮਾਨੰਦ ਜੀ ਮਹਾਰਾਜ ਜੀ ਰਹਿੰਦੇ ਸਨ। ਰਾਮਾਨੰਦ ਜੀ ਬੜੇ ਮਹਾਨ ਤਪਸਵੀ ਤਤਵੇਤਾ ਬ੍ਰਹਮ ਗਿਆਨੀ ਮਹਾਂਪੁਰਸ਼ ਸੀ। ਉਹਨਾਂ ਕੋਲੋਂ ਭਗਤ ਕਬੀਰ ਜੀ ਨੇ ਗੁਰਮੰਤਰ ਲੈਣ ਦੀ ਇੱਛਾ ਕੀਤੀ, ਪਰ ਰਾਮਾਨੰਦ ਜੀ ਸ਼ੂਦਰਾਂ ਨੂੰ ਗੁਰਮੰਤਰ ਨਹੀਂ ਸਨ ਦਿੰਦੇ। ਫਿਰ ਮਨ 'ਚ ਸੰਕਲਪ ਸੀ ਕਿ ਗੁਰਮੰਤਰ ਤਾਂ ਉਹਨਾਂ ਪਾਸੋਂ ਹੀ ਲੈਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕਬੀਰ ਜੀ ਮਹਾਰਾਜ ਜੀ ਨੇ ਵੇਖਿਆ ਕਿ ਰਾਮਾਨੰਦ ਜੀ ਸੁਬਹ ਅੰਮ੍ਰਿਤ ਵੇਲੇ ਰੋਜ਼ਾਨਾ ਗੰਗਾ 'ਚ ਇਸ਼ਨਾਨ ਕਰਨ ਲਈ ਜਾਂਦੇ ਹਨ। ਵਿਉਂਤ ਬਣਾਈ ਰਸਤੇ ਵਿੱਚ ਜਿੱਥੋਂ ਭਗਤ ਰਾਮਾਨੰਦ ਜੀ ਗੁਜ਼ਰਿਆ ਕਰਦੇ ਸਨ, ਉੱਥੇ ਇੱਕ ਪੌੜੀ ਤੇ ਕਬੀਰ ਜੀ ਮਹਾਰਾਜ ਜੀ ਬਿਰਾਜ ਗਏ। ਰਾਮਾਨੰਦ ਜੀ ਆਏ, ਥੋੜਾ ਹਨੇਰਾ ਸੀ, ਪੈਰ ਲੱਗਾ, ਇੱਕਦਮ ਮੁਖੋਂ ਆਖਿਆ, ਉਠੋ ਰਾਮ ਕੇ ਰਾਮ ਕਹੋ। ਭਗਤ ਕਬੀਰ ਜੀ ਨੇ ਰਾਮਾਨੰਦ ਜੀ ਮਹਾਰਾਜ ਜੀ ਦੇ ਚਰਨ ਫੜੇ, ਮੱਥਾ ਟੇਕਿਆ, ਕਹਿਣ ਲੱਗੇ, ਮਹਾਰਾਜ ਸਤ ਬਚਨ। ਉੱਥੇ ਹੀ ਰਾਮ ਰਾਮ ਦੇ ਚਿੰਤਨ ਵਿੱਚ ਮਹਾਰਾਜ ਭਗਤ ਕਬੀਰ ਜੀ ਜੁੜ ਗਏ। ਇਸ ਤਰ੍ਹਾਂ ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਪਾਸੋਂ ਗੁਰਮੰਤਰ ਦੀ ਪ੍ਰਾਪਤੀ ਹੋਈ। ਭਗਤੀ ਦਾ ਐਡਾ ਵੱਡਾ ਪ੍ਰਤਾਪ ਮਹਾਰਾਜ ਕਬੀਰ ਜੀ ਦਾ ਉਜਾਗਰ ਹੋਇਆ ਕਿ ਵੱਡੇ ਵੱਡੇ ਬ੍ਰਾਹਮਣ ਆ ਕੇ ਕਬੀਰ ਜੀ ਨਾਲ ਚਰਚਾ ਕਰਦੇ ਤੇ ਨਿਰੁੱਤਰ ਹੋ ਕੇ ਵਾਪਸ ਜਾਂਦੇ। ਕਬੀਰ ਜੀ ਹਰ ਇੱਕ ਪ੍ਰਾਣੀ ਮਾਤਰ ਦਾ ਸਾਂਝਾ ਉਪਦੇਸ਼ ਦਿੰਦੇ ਕਿ ਭਾਈ ਕਿਸੇ ਇੱਕ
ਵਰਨ ਵਿਸ਼ੇਸ਼ ਜਾਂ ਕਿਸੇ ਇੱਕ ਮਤ ਵਿਸ਼ੇਸ਼ ਨੂੰ ਹੀ ਪਰਮੇਸ਼ਰ ਦੀ ਬੰਦਗੀ ਦਾ ਹੱਕ ਨਹੀਂ। ਜੋ ਬੰਦਾ ਹੈ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਹੱਕ ਹੈ। ਬ੍ਰਾਹਮਣਾਂ ਨੇ ਆ ਕੇ ਮਹਾਰਾਜ ਭਗਤ ਕਬੀਰ ਜੀ ਦੇ ਉੱਤੇ ਕਿੰਤੂ ਕੀਤੇ, ਸ਼ੰਕੇ ਪ੍ਰਗਟ ਕੀਤੇ ਕਿ ਤੁਸੀਂ ਸ਼ੂਦਰ ਹੋ ਕੇ ਭਗਤੀ ਕਰਦੇ ਹੋ। ਤਾਂ ਮਹਾਰਾਜ ਭਗਤ ਕਬੀਰ ਜੀ ਨੇ ਐਸੀ ਦਲੀਲ ਨਾਲ ਤਿਨਾਂ ਨੂੰ ਜਵਾਬ ਦੇਣਾ ਕਿ ਜੇ ਤੁਸੀਂ ਬ੍ਰਾਹਮਣ ਹੋ ਤੇ ਮੈਂ ਸ਼ੂਦਰ ਹਾਂ ਤੇ ਫਿਰ ਫਰਕ ਦੱਸੋ। ਤੁਸੀਂ ਕੇਵਲ ਇਸੇ ਕਰਕੇ ਹੀ ਬ੍ਰਾਹਮਣ ਹੋ ਕਿ ਬ੍ਰਾਹਮਣੀ ਦੇ ਉਦਰ ਤੋਂ ਜਨਮੇ ਹੋ। ਜੇ ਤੁਹਾਡੇ ਸਰੀਰ ਵਿੱਚ ਵੀ ਰਕਤ ਹੈ, ਲਹੂ ਹੈ, ਖੂਨ ਹੈ, ਮੇਰੇ ਸਰੀਰ ਵਿੱਚ ਵੀ ਖੂਨ, ਲਹੂ, ਰਕਤ ਹੈ। ਜੇ ਇਹ ਫਰਕ ਦੋਨਾਂ ਵਿੱਚ ਨਹੀਂ ਹੈ ਪਰਮੇਸ਼ਰ ਨੇ ਰੱਖਿਆ, ਫਿਰ ਤੁਸੀਂ ਕਿਵੇਂ ਬ੍ਰਾਹਮਣ ਹੋ ਸਕਦੇ ਹੋ? ਜੇ ਤੁਸੀਂ ਵਿਸ਼ੇਸ਼ ਹੋ ਤਾਂ ਤੁਹਾਡੇ ਸਰੀਰ ਵਿੱਚੋਂ ਲਹੂ ਦੀ ਥਾਂ ਤੇ ਦੁੱਧ ਵਗਣਾ ਚਾਹੀਦਾ। ਕਬੀਰ ਜੀ ਮਹਾਰਾਜ ਜੀ ਦੇ ਐਸੇ ਬਚਨ ਸੁਣ ਕੇ ਨਿਰੁੱਤਰ ਹੋ ਕੇ ਵਾਪਸ ਚਲੇ ਜਾਂਦੇ। ਨਿਰੰਕਾਰ ਪਰਮੇਸ਼ਰ ਦੀ ਬੰਦਗੀ ਦੇ ਪ੍ਰਥਾਏ ਮਹਾਰਾਜ ਭਗਤ ਕਬੀਰ ਜੀ ਨੇ ਅਨੇਕਾਂ ਸ਼ਬਦ ਉਚਾਰਨ ਕੀਤੇ। 500 ਤੋਂ ਵਧੇਕ ਸ਼ਬਦ ਮਹਾਰਾਜ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹਨ। ਕਬੀਰ ਜੀ ਦੀ ਬਾਣੀ ਇਤਨੀ ਸਿਧਾਂਤਕ ਤੌਰ ਤੇ ਯੋਗ ਦੇ ਵਿੱਚ, ਸੂਖਸ਼ਮ ਯੋਗ ਦੇ ਵਿੱਚ ਇਤਨੀ ਕਠਿਨ ਹੈ ਕਿ ਉਹਦਾ ਕੋਈ ਸੰਪੂਰਨ ਟੀਕਾ ਨਾ ਹੋ ਸਕਿਆ। ਨਾ ਹੀ ਕਿਸੇ ਵਿੱਚ ਇਤਨਾ ਤਾਣ ਹੋਵੇ ਕਿ ਕਰ ਸਕੇ। ਇਤਨੇ ਗੂੜ ਗਿਆਨ ਨੂੰ ਮਹਾਰਾਜ ਭਗਤ ਕਬੀਰ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਸੋ ਐਸੇ ਮਹਾਪੁਰਸ਼ ਭਗਤ ਕਬੀਰ ਜੀ ਜਦੋਂ ਉਪਦੇਸ਼ ਦਿੰਦੇ ਆ ਸੰਸਾਰ ਦੇ ਸਾਡੇ ਵਰਗੇ ਸਾਰੇ ਪ੍ਰਾਣੀਆਂ ਨੂੰ, ਤਾਂ ਕਹਿੰਦੇ ਭਾਈ ਆਪਣੀ ਰਸਨਾ ਨੂੰ ਸਿਮਰਨੀ ਬਣਾ ਕੇ ਪਰਮੇਸ਼ਰ ਦਾ ਭਜਨ ਕਰੋ। ਰਸਨਾ ਦੁਆਰਾ ਨਿਰੰਕਾਰ ਦਾ ਭਜਨ ਕਰਦਿਆਂ ਵਾਹਿਗੁਰੂ ਵਾਹਿਗੁਰੂ ਇਹਨੂੰ ਹੀ ਆਪਣੀ ਸਿਮਰਨੀ ਬਣਾਓ। ਇਹ ਆਪਣੀ ਮਾਲਾ ਕਰਕੇ ਜਾਣੋ। ਜੇ ਪਖੰਡ ਹੁੰਦਾ ਵੇਖਦੇ ਆ ਤਾਂ ਫਿਰ ਪਖੰਡ ਹੁੰਦਾ ਵੇਖ ਕੇ ਕਹਿੰਦੇ ਆ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸਿਉ ਪੇਡਾ ਗਟਕਾਵ ਹੈ। ਤਾਂ ਪੁਰਜੋਰ ਸ਼ਬਦਾਂ ਵਿੱਚ ਉਹਨਾਂ ਦਾ ਖੰਡਨ ਕਰਦੇ ਹਨ। ਜੇ ਕੋਈ ਪਖੰਡੀ ਆ ਤਾਂ ਉਹਦੇ ਪਖੰਡ ਦਾ ਖੰਡਨ ਕਰਦੇ ਹਨ। ਸੋ ਐਸੇ ਮਹਾਪੁਰਸ਼ ਭਗਤ ਕਬੀਰ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਹਰ ਇੱਕ ਪ੍ਰਾਣੀ ਮਾਤਰ ਨੂੰ ਲੱਖ ਲੱਖ ਵਧਾਈਆਂ ਹਨ। ਗੁਰੂ ਪਾਤਸ਼ਾਹ ਕਿਰਪਾ ਕਰਨ, ਮਹਾਰਾਜ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਬਣੇ। ਕਬੀਰ ਜੀ ਦੇ ਵਾਂਗੂ ਸਾਡੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਤੇ ਪ੍ਰਪੱਕ ਨਿਸ਼ਚਾ ਹੋਵੇ ਕਿ ਜੇ ਹਾਥੀ ਦੇ ਅੱਗੇ ਬੰਨ੍ਹ ਕੇ ਸੁੱਟਿਆ ਜਾਂਦਾ ਹੈ, ਜੰਜੀਰਾਂ ਨਾਲ ਸੰਗਲਾਂ ਨਾਲ ਜੂੜ ਕੇ ਗੰਗਾ ਦੇ ਪਾਣੀ 'ਚ ਸੁੱਟਿਆ ਜਾਂਦਾ ਹੈ, ਤਾਂ ਉਸ ਵੇਲੇ ਵੀ ਹਿਰਦੇ ਵਿੱਚ ਨਿਰੰਕਾਰ ਪਰਮੇਸ਼ਰ ਦਾ ਪ੍ਰਪੱਕ ਨਿਸ਼ਚਾ ਹੈ। ਹਿਰਦੇ ਵਿੱਚ ਰੰਚਕ ਭਰ ਵੀ ਡਾਵਾਂ ਡੋਲਤਾਈ ਦੀ ਬਿਰਤੀ ਨਹੀਂ। ਗੁਰਦੇਵ ਕਿਰਪਾ ਕਰਨ ਐਸੀ ਅਡੋਲ ਅਵਸਥਾ ਸਾਨੂੰ ਸਾਰਿਆਂ ਨੂੰ ਪ੍ਰਦਾਨ ਕਰਨ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਹਿਰਦੇ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹਮੈ ਮਮਤਾ ਮੋਹਣੀ ਮਨ ਮੁਖਾਂ ਨੋ ਗਈ ਖਾਏ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਜਰੀ ਦੀ ਵਾਰ 'ਚ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਹਨ ਕਿ ਜਿਹੜੀ ਮਾਇਆ ਹੈ ਇਹ ਮੋਹਣੀ ਹੈ, ਸੰਸਾਰ ਦੇ ਜੀਵਾਂ ਨੂੰ ਮੋਹਦੀ ਹੈ।
ਇਹਦੀ ਹੰਗਤਾ ਔਰ ਇਹਦੀ ਮਮਤਾ। ਹੰਗਤਾ ਹੰਕਾਰ, ਮਾਇਆ ਧਾਰੀ ਦੇ ਹਿਰਦੇ ਵਿੱਚ ਸੁੱਤੇ ਸਿੱਧੀ ਹੰਕਾਰ ਆ ਜਾਂਦਾ। ਫਿਰ ਇਹਦੀ ਮਮਤਾ ਕਿ ਮੇਰਾ ਹੈ। ਇਹ ਜਿਹੜੀਆਂ ਦੋ ਬਿਰਤੀਆਂ ਨੇ ਹੰਗਤਾ ਤੇ ਮਮਤਾ ਦੀਆਂ, ਜੋ ਇਸ ਮਾਇਆ ਪ੍ਰਤੀ ਜੀਵ ਦੇ ਹਿਰਦੇ 'ਚ ਹੁੰਦੀਆਂ ਨੇ, ਇਹੀ ਦੋਵੇਂ ਬਿਰਤੀਆਂ ਮੋਹਣੀਆਂ ਬਣ ਕੇ ਮਨਮੁਖ ਜੀਵਾਂ ਨੂੰ ਖਾ ਜਾਂਦੀਆਂ ਨੇ, ਭੱਖ ਜਾਂਦੀਆਂ ਨੇ। ਮਨ ਮੁਖਾਂ ਨੂੰ ਗਈ ਖਾਏ, ਮਨ ਮੁਖਾਂ ਨੂੰ ਖਾ ਜਾਂਦੀ ਹੈ ਇਹ ਮਾਇਆ। ਖਾਣ ਦਾ ਕੀ ਮਤਲਬ ਹੈ? ਸਰੀਰ ਕਰਕੇ ਖਾ ਜਾਂਦੀ ਹੈ, ਉਹਨਾਂ ਦਾ ਸਰੀਰ ਭੱਖ ਜਾਂਦੀ ਹੈ। ਸਰੀਰ ਤਾਂ ਮਨਮੁਖਾਂ ਦਾ ਉਸੇ ਤਰ੍ਹਾਂ ਦਾ ਰਹਿੰਦਾ ਜਿਹੋ ਜਿਹਾ ਗੁਰਮੁਖਾਂ ਦਾ ਹੈ, ਪਰ ਮਨਮੁਖਾਂ ਦੇ ਜਿਹੜੇ ਸ਼ੁਭ ਗੁਣ ਨੇ, ਉਹਨਾਂ ਅੰਦਰ ਜਿਹੜੇ ਗੁਣ ਹੁੰਦੇ ਹੈ, ਉਹਨਾਂ ਸਾਰੇ ਗੁਣਾਂ ਨੂੰ ਖਾ ਜਾਂਦੀ ਹੈ ਮਾਇਆ। ਉਹਨਾਂ ਅੰਦਰ ਦੈਵੀ ਸੰਪਦਾ ਜਿਹੜੀ ਹੁੰਦੀ ਹੈ ਨਾ, ਇੱਕ ਆਸੁਰੀ ਸੰਪਦਾ, ਇੱਕ ਦੈਵੀ ਸੰਪਦਾ। ਆਸੁਰੀ ਸੰਪਦਾ ਔਗੁਣਾਂ ਨੂੰ ਕਹਿੰਦੇ ਆ, ਦੈਵੀ ਸੰਪਦਾ ਗੁਣਾਂ ਨੂੰ ਕਹਿੰਦੇ ਆ। ਜਿੰਨੇ ਗੁਣ ਨੇ ਉਹ ਸਾਰੇ ਗੁਣਾਂ ਨੂੰ ਖਾ ਜਾਂਦੀ ਹੈ। ਉਹਨਾਂ ਅੰਦਰ ਦਇਆ ਨਹੀਂ ਰਹਿਣ ਦਿੰਦੀ ਮਨਮੁਖਾਂ ਅੰਦਰ। ਮਨਮੁਖਾਂ ਦੇ ਹਿਰਦੇ 'ਚ ਕਿਸੇ ਪ੍ਰਤੀ ਤਰਸ ਦਾ ਭਾਵ ਨਹੀਂ ਰਹਿਣ ਦਿੰਦੀ। ਮਨਮੁਖ ਨੂੰ ਕਿਸੇ ਤੇ ਪਰਉਪਕਾਰ ਨਹੀਂ ਕਰਨ ਦਿੰਦੀ। ਮਨਮੁਖ ਹਿੰਸਕ ਬਣ ਕੇ ਸੰਸਾਰ ਦੇ ਜੀਵਾਂ ਦੇ ਵਿੱਚ ਵਿਚਰਦਾ ਹੈ। ਇਸ ਕਰਕੇ ਮਨਮੁਖਾਂ ਨੂੰ ਇਹ ਮਾਇਆ ਖਾ ਜਾਂਦੀ ਹੈ, ਭੱਖ ਜਾਂਦੀ ਹੈ। ਜੋ ਮੋਹੇ ਦੂਜੇ ਚਿਤ ਲਾਏਂਦੇ, ਤਿਨਾ ਵਿਆਪ ਰਹੀ ਲਪਟਾਏ। ਜਿਹੜੇ ਦੂਜੇ ਭਾਵ ਵਿੱਚ ਲੱਗੇ ਹੋਏ ਨੇ, ਦੁਬਦਾ ਵਿੱਚ ਲੱਗੇ ਹੋਏ ਨੇ, ਇਹਦੇ ਵਿੱਚ ਮੋਹੇ ਹੋਏ, ਉਹਨਾਂ ਉੱਤੇ ਮਾਇਆ ਆਪਣਾ ਪੂਰਨ ਤੌਰ ਤੇ ਪ੍ਰਭਾਵ ਪਾ ਕੇ ਆਪਣਾ ਗੁਲਾਮ ਬਣਾ ਕੇ ਰੱਖਦੀ। ਉਹਨਾਂ ਨੂੰ ਆਪਣਾ ਪੂਰਾ ਗੁਲਾਮ ਬਣਾ ਕੇ ਰੱਖਦੀ ਹੈ ਜਿਹੜੇ ਇਹਦੇ ਵਿੱਚ ਮੋਹੇ ਹੋਏ ਨੇ। ਔਰ ਦੂਜੇ ਭਾਵ ਵਿੱਚ ਦੁਬਦਾ ਵਿੱਚ ਆਪਣਾ ਚਿੱਤ ਲਾਈ ਬੈਠੇ ਨੇ, ਉਹਨਾਂ ਉੱਤੇ ਇਹ ਆਪਣਾ ਪ੍ਰਭਾਵ ਪਾਉਂਦੀ ਹੈ, ਆਪਣਾ ਅਸਰ ਪਾਉਂਦੀ ਹੈ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚ ਹੋ ਜਾਏ। ਗੁਰੂ ਦੇ ਸ਼ਬਦ ਦੁਆਰਾ, ਸਤਿਗੁਰਾਂ ਦੇ ਸ਼ਬਦ ਦੁਆਰਾ ਇਸ ਮਾਇਆ ਨੂੰ ਸਾੜਿਆ ਜਾ ਸਕਦਾ, ਦਗਧ ਕੀਤਾ ਜਾ ਸਕਦਾ, ਇਹਨੂੰ ਨਿਵਾਰਿਆ ਜਾ ਸਕਦਾ ਹੈ। ਸਤਿਗੁਰਾਂ ਦੇ ਸ਼ਬਦ ਦੁਆਰਾ ਇਸ ਮਾਇਆ ਦੀ ਮਮਤਾ ਨੂੰ ਤਿਆਗਿਆ ਜਾ ਸਕਦਾ ਹੈ। ਮਾਇਆ ਤਾਂ ਸੰਸਾਰ ਵਿੱਚ ਵਰਤ ਰਹੀ ਹੈ, ਇਹਨੂੰ ਨਹੀਂ ਮਾਰਿਆ ਜਾਂਦਾ। ਇਹਦੀ ਮਮਤਾ ਨੂੰ ਮਾਰਨਾ ਹੈ, ਇਹਦੀ ਹੰਗਤਾ ਨੂੰ ਮਾਰਨਾ ਹੈ। ਤੋ ਇਹਦੀ ਮਮਤਾ ਤੇ ਹੰਗਤਾ ਦੀ ਬਿਰਤੀ ਉਦੋਂ ਮਰਦੀ ਹੈ ਜਦੋਂ ਅਸੀਂ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਹਾਂ। ਤੋ ਜਿਹੜੇ ਗੁਰੂ ਕੇ ਸ਼ਬਦ ਨੂੰ ਕਮਾਉਂਦੇ ਨੇ, ਉਹ ਆਪਣੇ ਹਿਰਦੇ 'ਚ ਇਸ ਮਾਇਆ ਦੀ ਹੰਗਤਾ ਮਮਤਾ ਦੀ ਬਿਰਤੀ ਨੂੰ ਜਾਲ ਦਿੰਦੇ ਨੇ, ਔਰ ਤਾਂ ਇਹ ਉਹਨਾਂ ਦੇ ਹਿਰਦੇ ਵਿੱਚੋਂ ਚਲੀ ਜਾਂਦੀ ਹੈ। ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ। ਉਹਨਾਂ ਗੁਰਮੁਖਾਂ ਦਾ ਤਨ ਤੇ ਮਨ ਦੋਵੇਂ ਉਜਵਲ ਹੋ ਜਾਂਦੇ ਨੇ, ਔਰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਗੁਰੂ ਦੇ ਦੁਆਰਾ ਉਹਨਾਂ ਦੇ ਹਿਰਦਿਆਂ ਵਿੱਚ ਆ ਕੇ ਵਸ ਜਾਂਦਾ ਹੈ। ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਆ ਕੇ ਵਸਦਾ ਹੈ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕਿ ਇਸ ਮਾਇਆ ਨੂੰ ਮਾਰਨ ਵਾਸਤੇ ਕੇਵਲ ਤਾਂ ਕੇਵਲ ਹਰੀ ਦਾ ਨਾਮ ਹੀ ਸક્ષਮ ਹੈ। ਨਾਮ ਜਪਣ ਵਾਲਿਆਂ ਦੇ ਉੱਤੇ ਇਸ ਮਾਇਆ ਦਾ ਅਸਰ ਨਹੀਂ ਪੈਂਦਾ, ਨਹੀਂ ਤਾਂ ਇਹ ਮਾਇਆ ਬੜੀ ਬਲਵਾਨ ਹੈ। ਗੁਰੂ ਖਾਲਸਾ ਜੀ ਵੱਡਿਆਂ ਵੱਡਿਆਂ ਦੇਵਤਿਆਂ ਨੂੰ ਵੀ ਭਰਮਾ ਲੈਂਦੀ ਹੈ, ਰਿਸ਼ੀਆਂ ਮੁਨੀਆਂ ਨੂੰ ਵੀ ਭਰਮਾ ਲੈਂਦੀ ਹੈ। ਨਿਰੰਕਾਰ ਦੇ ਨਾਮ ਦੇ ਆਸਰੇ ਵਿੱਚ ਲੱਗਿਆ ਹੋਇਆਂ ਤੇ ਇਹਦਾ ਪ੍ਰਭਾਵ ਨਹੀਂ ਪੈਂਦਾ। ਜਿਹੜੇ ਨਾਮ ਦੀ ਕਮਾਈ ਕਰਦੇ ਆ, ਨਾਮ ਦੀ ਸਾਧਨਾ ਕਰਦੇ ਆ, ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਆ, ਉਹਨਾਂ ਉੱਤੇ ਇਹਦਾ ਪ੍ਰਭਾਵ ਨਹੀਂ ਪੈਂਦਾ। ਕਬੀਰ ਜੀ ਜੈਸੇ ਮਹਾਂਪੁਰਸ਼ ਆਪ ਕਹਿੰਦੇ ਆ ਕਿ ਸਾਡੇ ਤੇ ਕਈ ਤਰ੍ਹਾਂ ਦੇ ਰੂਪ ਬਣਾ ਕੇ, ਭੇਸ ਬਣਾ ਕੇ ਮਾਇਆ ਨੇ ਆਪਣਾ ਅਸਰ ਪਾਉਣ ਦਾ ਯਤਨ ਕੀਤਾ, ਪਰ ਨਿਰੰਕਾਰ ਦੇ ਨਾਮ ਦੇ ਪ੍ਰਤਾਪ ਸਦਕਾ
ਅਸੀਂ ਇਸ ਮਾਇਆ ਦੇ ਤੱਤੇ ਝੋਲਿਆਂ ਤੋਂ ਬਚੇ ਰਹੇ ਹਾਂ। ਕਈ ਤਰ੍ਹਾਂ ਦੇ ਰੂਪ ਬਣਾ ਕੇ ਆਈ, ਪਰ ਇਹ ਸਾਡੇ ਤੇ ਪ੍ਰਭਾਵ ਨਾ ਪਾ ਸਕੀ, ਕਿਉਂਕਿ ਸਾਡੇ ਪੱਲੇ ਪਰਮੇਸ਼ਰ ਦੇ ਨਾਮ ਧਨ ਦਾ ਖਜ਼ਾਨਾ ਸੀ। ਇਸੇ ਕਰਕੇ ਜੇ ਆਈ ਤੇ ਕੰਨਾਂ ਨੱਕਾਂ ਤੋਂ ਕੱਟ ਕੇ ਇਹਨੂੰ ਤੋੜ ਦਿੱਤਾ। ਤੋ ਇਸ ਪ੍ਰਕਾਰ ਮਹਾਰਾਜ ਜੀ ਇੱਥੇ ਕਹਿ ਰਹੇ ਨੇ, ਨਾਮ ਦੀ ਕਮਾਈ ਕਰਨ ਵਾਲੇ, ਜਿਹੜੇ ਨਾਮ ਦੇ ਸਾਧਨਾ ਕਰਨ ਵਾਲੇ ਨੇ, ਉਹਨਾਂ ਉੱਤੇ ਮਾਇਆ ਦਾ ਅਸਰ ਨਹੀਂ ਹੁੰਦਾ। ਉਹ ਇਸ ਮਾਇਆ ਦੇ ਪ੍ਰਭਾਵ ਥੱਲੇ ਨਹੀਂ ਆਉਂਦੇ। ਔਰ ਇਹ ਨਾਮ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ। ਗੁਰਮੁਖ ਪਾਇਆ ਜਾਏ, ਗੁਰੂ ਦੇ ਮੁਖ ਦੁਆਰਾ। ਕਬੀਰ ਜੀ ਨੇ ਗੁਰੂ ਦੁਆਰਾ ਹੀ ਪ੍ਰਾਪਤ ਕੀਤਾ ਨਾ। ਜਦੋਂ ਰਾਮਾਨੰਦ ਜੀ ਮਹਾਰਾਜ ਜੀ ਨੇ ਕਿਹਾ, ਉਠੋ ਰਾਮ ਕੇ ਰਾਮ ਕਹੋ, तो गुरु दे मुख द्वारा नाम की प्राप्ति करके नाम की साधना की है। तो गुरु दे द्वारा नाम की प्राप्ति करके गुरमुख नाम की आराधना करते हैं। महला तीजा एह मन कीतड़िया जुग भरमिया थिर रह ना आवे जाए। ये जड़ा मन है पता नहीं इनू किन्ने जुग हो गए ने भरमदिया। एक युग की बात नहीं, कितने ही युग बीत गए ने। चार जोगी तो नहीं बने होने एको वेर। सतयुग त्रेता द्वापर ते हुण कलयुग चलदा भी चार युगां वाला ही संसार है। ये तो पहला कई बारी सतयुग आया होना, कई बारी कलयुग आया होना, कई बारी द्वापर आया होना, त्रेता आया होना। इस करके गिणती कोई नहीं भी किन्ने कुछ युग बीत गए ने इस मन नूं भरमदियां। कितने युग जे आखिए कि साडे वास्ते युग बड़ा लम्मा है। चार युगां दी चौंकड़ी साडे लई बड़ी लम्मी है। साडे लई जितना चार युगां दा विस्तार बड़ा लम्मा समा सानू प्रतीत हुंदा, ब्रह्मा दा केवल एक दिन ही बीतदा है चार युगां दा। उस हिसाब नाल वेखीए तां फिर तां साडा जीवन बिल्कुल ही किणका मात्र ही होया ना। बहुत सारे जीव जंतु ऐसे ने जिन्हां दी कुछ अवधि हुंदी है। 10 घंटे 20 घंटे तक वो जीवित रहिंदे आ, 30 घंटे तक जीवित रहिंदे। उहदे विच वो जमदे भी है, जवान भी हुंदे आ, बुढ़े हो के मर भी जांदे। साडे सामने 30-40 घंटे 50 घंटे दे जीवन वाले अनेकां जीव ने, पर उन्हां नूं 30-40 घंटियां दा जीवन बड़ा लंबा अरसा लगदा है। मनुखी जीवन है किणका मात्र ही है जिहड़ा परमेश्वर ने सानूं दिता, कोई बहुत लंबा समा नहीं है। इहो जे जन्म पता नहीं किन्नी क बेरी धारण कीते ने और कितने युग बीत गए ने, ओदी गिणती मिणती नहीं है। ये थिर नहीं रहिंदा, टिकदा नहीं है। ये मन थिर रहे ना आवे जाए, ये टिक के नहीं रहिंदा, और आउंदा जांदा रहिंदा, जमदा मरदा रहिंदा, आवागौण दे चक्करां विच भटकदा रहिंदा है। आवागौण का सिद्धांत गुरमत मनदी। इस्लाम आवागौण नूं नहीं मनदा, ईसाई आवागौण नूं नहीं मनदे, बुद्ध धर्म आवागौण नूं नहीं मनदा, पर गुरबाणी ते गुरमत आवागौण नूं मनदी है कि अनेकां वेरी जन्मे। कबीर जी महाराज जी कहते ऐसे घर हम बहुत बसाए। एक वेरी नहीं इहो जिहा शरीर धारण किया, एक वेरी नहीं इहो जिहा घर वसाया। इदां दे घर पता नहीं किन्नी क वेरी वसाए, किन्नी क वेरी गर्भ जूनियां चाहे। गुरबाणी दा सिद्धांत आवागौण नूं मनदा है। इस करके गुरबाणी दा सिद्धांत सारे धर्मां मजहबां तो साडा निराला है। इस्लाम नाल साडा मेल नहीं खांदा, ईसाइयां तो भी साडा सिद्धांत वखरा है। तो गरीबन बाग साहब सच्चे पातशाह जी महाराज जी कहते भी पता ही नहीं किन्ना क समा हो गया, ये आ रहा है जा रहा है। ये जीव बार बार जमदा ते बार बार ही मरदा है। हर भाणा ता परमायन
ਕਰ ਪਰਪੰਚ ਖੇਲ ਉਪਾਏ। ਹਰੀ ਪਰਮੇਸ਼ਰ ਨੂੰ ਪਾਇਆ ਤਾਂ ਜੀਵ ਨੂੰ ਭਰਮਾਉਂਦਾ ਨਾ, ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਗੱਲ ਬਣਦੀ। ਉਹਨੂੰ ਪਾਇਆ ਤਾਂ ਹੀ ਇਹ ਭਰਮਾਇਆ ਹੋਇਆ ਜੀਵ ਪਰਪੰਚ ਬਣਾ ਕੇ ਪਰਮੇਸ਼ਰ ਨੇ ਇਸ ਜੀਵ ਨੂੰ ਠੱਗਿਆ ਹੋਇਆ। ਪਰਪੰਚ ਬਣਾ ਕੇ ਜੀਵ ਨੂੰ ਠੱਗਿਆ ਹੋਇਆ ਔਰ ਇਹ ਸਾਰੀ ਖੇਡ ਪਰਪੰਚ ਦੀ ਹੈ। ਖੇਡ ਉਹ ਹੁੰਦੀ ਹੈ ਜਿਹੜੀ ਸੱਚ ਨਹੀਂ ਹੁੰਦੀ। ਤੋ ਇਹ ਪਰਪੰਚ ਦੀ ਖੇਡ ਪਰਮੇਸ਼ਰ ਨੇ ਉਪਾ ਕੇ ਜੀਵ ਨੂੰ ਭਰਮਾਇਆ ਹੋਇਆ ਹੈ। ਜਾ ਹਰ ਬਖਸ਼ੇ ਤਾ ਗੁਰ ਮਿਲੈ ਆਸਥਿਰ ਰਹਿ ਸਮਾਏ। ਜੇ ਹਰੀ ਪਰਮੇਸ਼ਰ ਬਖਸ਼ ਲਵੇ ਤਾਂ ਗੁਰੂ ਦਾ ਮੇਲ ਪ੍ਰਾਪਤ ਹੁੰਦਾ। ਜਦੋਂ ਗੁਰੂ ਮਿਲਦਾ ਫਿਰ ਇਹ ਜੀਵ ਸदैवी ਕਾਲ ਲਈ ਅਸਥਿਰ ਹੋ ਜਾਂਦਾ ਔਰ ਆਪਣੇ ਨਿਜ ਰੂਪ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਇਹਨੂੰ ਆਪਣੇ ਨਿਜ ਰੂਪ ਦੇ ਵਿੱਚ ਸਮਾਈ ਪ੍ਰਾਪਤ ਹੁੰਦੀ ਹੈ। ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਮੰਨ ਜਾਂਦਾ ਹੈ, ਗੁਰੂ ਦੀ ਮੱਤ ਨਾਲ ਮੰਨ ਜਾਂਦਾ ਹੈ, ਉਹ ਇਹ ਜਾਣ ਲੈਂਦੇ ਨੇ ਨਾ ਕੁਝ ਮਰ ਰਿਹਾ ਨਾ ਕੁਝ ਜੰਮ ਰਿਹਾ। ਜਦੋਂ ਆਤਮਾ ਦੇ ਸਰੂਪ 'ਚ ਜਾ ਕੇ ਸਥਿਤੀ ਹੋ ਜਾਂਦੀ ਹੈ ਨਾ, ਉੱਥੇ ਫਿਰ ਜਨਮ ਮਰਨ ਹੁੰਦਾ ਹੀ ਨਹੀਂ ਹੈ। ਜਦੋਂ ਤੱਕ ਸਰੀਰ ਨਾਲ ਜੁੜਿਆ ਉਦੋਂ ਤੱਕ ਜਨਮ ਮਰਨ ਹੈ, ਪਰ ਜਦੋਂ ਆਤਮ ਚੇਤਨਤਾ ਵਿੱਚ ਚਲੇ ਜਾਈਏ ਉੱਥੇ ਨਾ ਕੁਝ ਜੰਮਦਾ ਨਾ ਕੁਝ ਮਰਦਾ, ਨਾ ਕਿਛ ਜਨਮ ਹੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕਬੀਰ ਜੀ ਮਹਾਰਾਜ ਜੀ ਕਹਿੰਦੇ ਕੌਣ ਮੂਆ ਰੇ ਕੌਣ ਮੂਆ। ਦੱਸੋ ਭਾਈ ਕੌਣ ਮਰਿਆ? ਮਰਿਆ ਤਾਂ ਕੁਝ ਵੀ ਨਹੀਂ। ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਬ ਨਹਾਰੇ ਕੀ ਕਵਨ ਟੇਕ। ਸੱਤ ਤੱਤ ਮਹਾਤੱਤਾਂ ਵਿੱਚ ਮਿਲ ਰਹੇ ਨੇ, ਮਰਿਆ ਕੌਣ? ਇਹ ਆਤਮ ਗਿਆਨੀ ਦੀ ਅਵਸਥਾ ਹੈ ਜਿੱਥੇ ਬ੍ਰਹਮ ਗਿਆਨ ਵਿੱਚ ਸੁਰਤ ਜਾ ਟਿਕੇ, ਉੱਥੇ ਜਨਮ ਮਰਨ ਨਹੀਂ। ਇਹ ਕੀ ਕਰਦੇ ਆ ਸਾਡੇ ਕਈ ਵੀਰ ਜਨਮ ਮਰਨ ਦੇ ਸਿਧਾਂਤ ਨੂੰ ਖਤਮ ਕਰਨ ਲਈ? ਵੇਖੋ ਜੀ ਗੁਰਬਾਣੀ ਕਹਿੰਦੀ ਜਨਮ ਮਰਨ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀਆਂ ਦਾ ਨਹੀਂ ਹੁੰਦਾ, ਪਰ ਸਾਡੇ ਵਰਗੇ ਮਨਮੁਖਾਂ ਦਾ ਹੁੰਦਾ। ਮਨਮੁਖਾਂ ਵਾਸਤੇ ਤਾਂ ਹੈ ਨਾ। ਕੁਝ ਨਿਯਮ ਹੁੰਦੇ ਨੇ ਸੰਸਾਰ ਦੇ ਜਿਹੜੇ ਕੁਝ ਕੁ ਵਿਅਕਤੀਆਂ ਲਈ ਉਹ ਨਿਯਮਾਂ ਨੂੰ ਪਾਲਣ ਵਾਸਤੇ ਉਹਨਾਂ ਲਈ ਵਿਹਿਤ ਨਹੀਂ ਹੁੰਦਾ। ਸਾਡੇ ਸਮਾਜ ਨਹੀਂ ਬਣਾਏ ਹੈ, ਪਰ ਕੁਝ ਵਿਅਕਤੀਆਂ ਲਈ ਉਹ ਮੰਨਣ ਯੋਗ ਹੁੰਦੇ ਨੇ, ਕੁਝ ਲਈ ਨਹੀਂ ਹੁੰਦੇ। ਲਾਲ ਬੱਤੀ ਹੋਵੇ ਸਾਡੇ ਲਈ ਵਿਹਿਤ ਹੈ ਕਿ ਖਲੋਣਾ, ਪਰ ਜੇ ਉੱਥੋਂ ਐਂਬੂਲੈਂਸ ਲੱਗਦੀ ਹੋਵੇ ਉਹਦੇ ਲਈ ਵਿਹਿਤ ਨਹੀਂ ਹੈ। ਤੋ ਇਸੇ ਤਰ੍ਹਾਂ ਜਨਮ ਮਰਨ ਜਿਹੜਾ ਹੈ ਇਹ ਮਨਮੁਖਾਂ ਵਾਸਤੇ ਹੈ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ। ਜਦੋਂ ਕੋਈ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਚਲਿਆ ਜਾਂਦਾ, ਟਿਕ ਜਾਂਦਾ, ਉਹਦੇ ਲਈ ਨਹੀਂ ਹੈ। ਉਹਦੇ ਲਈ ਜਨਮ ਮਰਨ ਹੈ ਹੀ ਨਹੀਂ, ਉਹ ਜਨਮ ਮਰਨ ਤੋਂ ਰਹਿਤ ਹੈ। ਤੋ ਅਧਿਕਾਰੀ ਪ੍ਰਤੀ ਗੁਰਬਾਣੀ ਦਾ ਉਪਦੇਸ਼ ਹੈ। ਕਹਿੰਦੇ ਜਦੋਂ ਮਨ ਗੁਰੂ ਦੀ ਮੱਤ ਵਿੱਚ ਮੰਨ ਗਿਆ, ਨਿਜ ਰੂਪ ਵਿੱਚ ਜਾ ਕੇ ਸਮਾ ਗਿਆ, ਉੱਥੇ ਜਾ ਕੇ ਪਤਾ ਲੱਗਾ ਕਿ ਨਾ ਕਿਛ ਮਰੈ ਨਾ ਜਾਏ। ਹੁਣ ਨਾ ਕੁਝ ਜੰਮਦਾ ਨਾ ਮਰਦਾ ਹੈ। ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ। ਕਾਇਆ ਦਾ ਜਿਹੜਾ ਇਹ ਕਿਲਾ ਹੈ ਨਾ, ਇਹ ਅਪਾਰ ਹੈ, ਇਹਦਾ ਅੰਤ ਨਹੀਂ ਪੈ ਸਕਿਆ। ਬਥੇਰੇ ਚੀਰ ਫਾੜ ਹੋ ਗਏ ਨੇ ਸਰੀਰਾਂ ਦੇ, ਬੜੇ ਬੜੇ ਭੇਤ ਲੱਭ ਲਏ ਨੇ, ਪਰ ਬਹੁਤ ਕੁਝ ਐਸਾ ਹੈ ਜਿਹੜਾ ਹਾਲੇ ਵੀ ਸਾਇੰਸ ਨਹੀਂ ਲੱਭ ਸਕੀ, ਹਾਲੇ ਵੀ ਨਹੀਂ ਲੱਭ ਸਕੀ। ਇਹ ਕਾਇਆ ਦਾ ਕਿਲਾ ਅਪਾਰ ਹੈ। ਕੁਝ ਤਾਂ ਹੈ ਇਹਦੇ ਅੰਦਰ। ਜਦੋਂ ਇਸ ਕਾਇਆ ਵਿੱਚੋਂ ਨਿਕਲਦਾ ਹੈ ਤਾਂ ਵਾਕਈ ਕੁਝ ਗ੍ਰਾਮ ਵਜਨ ਸਰੀਰ ਦਾ ਘਟ ਜਾਂਦਾ। ਉਹ ਐਸਾ ਕੀ ਨਿਕਲਿਆ ਕੁਝ ਗ੍ਰਾਮ ਦਾ ਸੂਖਮ ਰੂਪ ਵਿੱਚ, ਜਿਹਦੇ ਨਾਲ ਇਸ ਤਨ ਦਾ ਮੁਰਦੇ ਦਾ ਵਜਨ ਘਟ ਜਾਂਦਾ ਹੈ ਕੁਝ ਸਮੇਂ ਲਈ, ਭਾਵੇਂ ਕਿ ਬਾਅਦ ਵਿੱਚ ਵਾਯੂ ਨਾਲ ਵੱਧ ਜਾਂਦਾ ਹੈ।
ਬਹੁਤ ਕੁਝ ਐਸਾ ਹੈ ਇਸ ਕਾਇਆ ਵਿੱਚ ਜਿਸ ਦੀ ਖੇਡ ਬਾਰੇ ਕਿਹਾ ਜਾ ਸਕਦਾ ਵੀ ਇਹ ਕਾਇਆ ਦਾ ਕਿਲਾ ਪਰਮੇਸ਼ਰ ਨੇ ਬੜਾ ਅਦਭੁਤ ਕਿਲਾ ਰਚਿਆ। ਅਦਭੁਤ, ਇਹਦੀ ਰਚਨਾ ਬੜੀ ਅਦਭੁਤ ਕੀਤੀ ਹੈ ਕਿ ਕਿਵੇਂ ਇਹਦੇ ਅੰਦਰ ਦਿਲ ਕੰਮ ਕਰ ਰਿਹਾ, ਫੇਫੜੇ ਕਿਵੇਂ ਕਰਮ ਕਰ ਰਹੇ ਨੇ, ਕਿਹੜੀ ਸ਼ਕਤੀ ਹੈ ਜਿਹੜੀ ਉਹਨਾਂ ਨੂੰ ਚਲਾ ਰਹੀ ਹੈ, ਕਿਵੇਂ ਇਹਨਾਂ ਅੱਖਾਂ ਵਿੱਚ ਬੈਠਾ ਉਹ ਚੇਤਨ ਸਰੂਪ ਸੰਸਾਰ ਨੂੰ ਵੇਖ ਰਿਹਾ ਹੈ। ਕੌਣ ਹੈ ਜਿਹੜਾ ਇਹਨਾਂ ਪਲਕਾਂ ਨੂੰ ਪ੍ਰੇਰਦਾ ਹੈ ਕਿ ਇੱਕਦਮ ਕਿਤੇ ਮਿੱਟੀ ਦਾ ਕਣ ਆਉਣ ਲੱਗੇ ਤੇ ਪਹਿਲਾਂ ਆਪਣੇ ਆਪ ਹੀ ਮਿਚ ਜਾਂਦੀਆਂ। ਕਿਹੜੀ ਚੇਤਨਾ ਹੈ ਜਿਹੜੀ ਇਹਨਾਂ ਨੂੰ ਬਾਰ-ਬਾਰ ਫਰਕਾ ਰਹੀ ਹੈ। ਤੋ ਅਦਭੁਤ ਹੈ ਕਿਲਾ ਪਰਮੇਸ਼ਰ ਦਾ ਰਚਿਆ ਹੋਇਆ। ਨਿਰੰਕਾਰ ਪ੍ਰਮਾਤਮਾ ਦੀ ਬਣਾਈ ਹੋਈ ਇਹ ਸੁੰਦਰ ਘਾੜਤ ਹੈ, ਜਿਸ ਘਾੜਤ ਨੂੰ ਵੇਖ ਕੇ ਦੁਨੀਆ ਦੇ ਵੱਡੇ ਤੋਂ ਵੱਡੇ ਇੰਜੀਨੀਅਰ ਵੀ ਅਸਚਰਜ ਹੋ ਜਾਣ, ਵਿਸਮਾਦ ਹੋ ਜਾਣ ਕਿ ਐਸੀ ਰਚਨਾ ਕੋਈ ਨਹੀਂ ਰਚ ਸਕਦਾ ਪ੍ਰਮਾਤਮਾ ਤੋਂ ਬਿਨਾਂ। ਸਭ ਕਹਿੰਦੇ ਕਾਇਆ ਦਾ ਜਿਹੜਾ ਇਹ ਕੋਟ ਹੈ ਨਾ, ਅਪਾਰ ਹੈ। ਇਸੇ ਕਰਕੇ ਦੇਵਤੇ ਵੀ ਚਾਹੁੰਦੇ ਆ, ਕਿਉਂਕਿ ਇਸ ਮਨੁੱਖੀ ਕਾਇਆ ਵਿੱਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਦਾ ਰਸ ਲਿਆ ਜਾ ਸਕਦਾ। ਆਤਮ ਰਸ ਨੂੰ ਮਾਣਨ ਵਾਸਤੇ ਕੇਵਲ ਇਹ ਮਨੁੱਖੀ ਸਰੀਰ ਹੈ। ਦੇਵਤੇ ਵੀ ਆਤਮਾ ਦਾ ਰਸ ਨਹੀਂ ਲੈ ਸਕਦੇ। ਇਸੇ ਕਰਕੇ ਦੇਵਤੇ ਚਾਹੁੰਦੇ ਆ ਸਾਨੂੰ ਮਨੁੱਖੀ ਕਾਇਆ ਮਿਲੇ, ਪਰ ਉਹਨਾਂ ਦੇ ਪੁੰਨ ਕਰਮ ਇੰਨੇ ਵੱਧ ਹੁੰਦੇ ਨੇ ਕਿ ਮਨੁੱਖੀ ਕਾਇਆ ਉਹਨਾਂ ਨੂੰ ਨਹੀਂ ਮਿਲਦੀ। ਕਿਉਂਕਿ ਮਨੁੱਖੀ ਕਾਇਆ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਪੁੰਨ ਔਰ ਪਾਪ ਕਰਮਾਂ ਦਾ ਬੈਲੈਂਸ ਹੋ ਜਾਂਦਾ, ਬਰਾਬਰ ਹੋ ਜਾਂਦੇ। ਉਹਦੀ ਪਰਾਲਬਧ ਬਣਦੀ ਤੇ ਪਰਾਲਬਧ ਨਾਲ ਮਨੁੱਖੀ ਦੇਹ ਪ੍ਰਾਪਤ ਹੁੰਦੀ। ਤੋ ਕਾਇਆ ਦਾ ਇਹ ਕਿਲਾ ਅਪਾਰ ਹੈ, ਸੰਜੋਗਾਂ ਨਾਲ ਮਿਲਿਆ। ਮਿਲਣਾ ਸੰਜੋਗੀ, ਇਹ ਸੰਜੋਗਾਂ ਨਾਲ ਮਿਲਿਆ ਮਨੁੱਖੀ ਸਰੀਰ। ਇਹ ਕਾਇਆ ਸਾਡੇ ਕੋਈ ਪੂਰਬਲੇ ਜਨਮਾਂ ਦੇ ਕਰਮ ਚੰਗੇ ਸਨ, ਜਿਸ ਦਾ ਫਲ ਸਰੂਪ ਇਹ ਕਾਇਆ ਦਾ ਕਿਲਾ ਪ੍ਰਾਪਤ ਹੋਇਆ। ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ। ਜਦੋਂ ਇਹਨੂੰ ਕਿਲਾ ਨੁਮਾ ਸਤਿਗੁਰੂ ਜੀ ਵਰਣਨ ਕਰਦੇ ਆ ਨਾ, ਕਿ ਦੋਵਰ ਕੋਟ ਅਰ ਤੇਵਰ ਖਾਈ, ਤਾਂ ਉਸ ਵੇਲੇ ਇਸ ਕਿਲੇ ਦਾ ਸਾਰਾ ਨਕਸ਼ਾ ਮਹਾਰਾਜ ਜੀ ਨੇ ਬੰਨਿਆ ਗੁਰਬਾਣੀ 'ਚ। ਇਸ ਕਾਇਆ ਦੇ ਅੰਦਰ ਆਪ ਵਾਹਿਗੁਰੂ ਪਰਮੇਸ਼ਰ ਵਸ ਰਿਹਾ, ਆਪ ਹੀ ਵਸ ਕੇ ਸਾਰੇ ਰਸਾਂ ਨੂੰ ਭੋਗ ਰਿਹਾ ਹੈ। ਆਪੇ ਰਸ ਭੋਗੀ, ਆਪ ਹੀ ਸਾਰਿਆਂ ਵਿੱਚ ਵਰਤ ਕੇ ਸਾਰੇ ਰਸਾਂ ਨੂੰ ਮਾਣਦਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪ ਹੀ ਆਪ ਹੈ, ਆਪ ਹੀ ਰਸੀਆ ਹੈ, ਆਪ ਹੀ ਉਸ ਰਸ ਨੂੰ ਮਾਣਨ ਵਾਲਾ ਹੈ। ਆਪੇ ਰਸੀਆ ਆਪ ਰਸ, ਆਪੇ ਰਸ ਭੋਗੀ। ਇੱਥੇ ਕਹਿ ਰਿਹਾ ਆਪੇ ਹੀ ਰਸਾਂ ਨੂੰ ਭੋਗਣ ਵਾਲਾ ਹੈ। ਉਹ ਇਹਦੇ ਵਿੱਚ ਵਸਦਾ ਕਾਇਆ ਦੇ ਕਿਲੇ ਵਿੱਚ, ਔਰ ਆਪ ਹੀ ਸਾਰੇ ਰਸਾਂ ਨੂੰ ਭੋਗਣ ਵਾਲਾ ਹੈ। ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ। ਆਪ ਅਤੀਤ ਹੈ, ਅਲਿਪਤ ਹੈ, ਸਭ ਦੇ ਵਿੱਚ ਵਰਤਦਾ ਹੋਇਆ ਵੀ ਨਿਰਜੋਗ ਹੈ। ਅਲਿਪਤ ਹੈ, ਲਿਪਾਏਮਾਨ ਨਹੀਂ ਹੁੰਦਾ, ਸਭ 'ਚ ਰਹਿ ਕੇ ਵੀ ਸਭ ਤੋਂ ਨਿਰਾਲਾ ਹੈ। ਸਭ ਤੋਂ ਨਿਰਾਲਾ ਵੀ ਹੈ ਤੇ ਫਿਰ ਸਭ ਨਾਲ ਜੁੜਿਆ ਹੋਇਆ ਜੋਗੀ ਵੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਦੇ ਵਿੱਚ ਵੀ ਹੈ ਔਰ ਸਭ ਤੋਂ ਨਿਰਾਲਾ ਨਿਰਜੋਗ ਵੀ ਹੈ, ਵੱਖਰਾ ਵੀ ਹੈ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਜੋ ਤਿਸ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਉਹੀ ਕਰਦਾ ਹੈ। ਉਹਨੂੰ ਕਿਸੇ ਨੂੰ ਪੁੱਛ ਕੇ ਸਲਾਹ ਕਰਕੇ ਨਹੀਂ ਕੁਝ ਕਰਨਾ ਪੈਂਦਾ, ਵੀ ਉਹ ਪੁੱਛਣਾ ਮਸਲਤ ਧਰਾ ਹੈ। ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਕਰਦਾ। ਉਹਦੇ ਚਿੱਤ 'ਚ ਜੋ ਆਉਣਾ ਉਹਨੇ ਕਰ ਦੇਣਾ। ਜੋ ਤਿਸ ਭਾਵੈ ਸੋ ਕਰੇ, ਜੋ ਨੂੰ ਭਾਉਂਦਾ ਉਹਨੇ ਕਰ ਦੇਣਾ, ਕਰਦਾ ਵੀ ਉਹੀ ਹੈ।
ਹਰੀ ਨੇ ਜੋ ਕਰਨਾ ਸੋ ਹੋਗੀ ਉਹੀ ਹੋਣਾ। ਮਨੁੱਖ ਦੇ ਕੀਤਿਆਂ ਕੁਝ ਨਹੀਂ ਹੋਣਾ। ਬੰਦਾ ਤਾਂ ਬੜਾ ਕੁਝ ਸੋਚਦਾ ਚਿਤਵਦਾ, ਇਦਾਂ ਕਰਾਂਗੇ ਇਦਾਂ ਹੋਵੇਗਾ, ਪਰ ਕਰਨਾ ਜੋ ਹਰੀ ਨੇ ਹੈ ਉਹੀ ਹੋਣਾ। ਹਾਂਜੀ, ਇਹੀ ਸੱਚ ਹੈ। ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹੇ ਵਿਜੋਗੀ। ਗੁਰੂ ਦੇ ਮੁਖ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹੈ, ਉਹਨਾਂ ਦੇ ਵਿਜੋਗ ਲੱਥ ਜਾਂਦੇ ਹੈ, ਉਹਨਾਂ ਦਾ ਵਿਛੋੜਾ ਦੂਰ ਹੋ ਜਾਂਦਾ। ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਕਰਕੇ ਆਰਾਧਦੇ ਧਿਆਉਂਦੇ ਨੇ, ਉਹਨਾਂ ਦੀ ਉਸ ਹਰੀ ਦੇ ਸਰੂਪ ਦੇ ਵਿੱਚ ਅਭੇਦਤਾ ਹੋ ਜਾਂਦੀ ਹੈ, ਔਰ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਜਿਹੜਾ ਵਿਛੋੜਾ ਪਿਆ ਹੁੰਦਾ ਹੈ, ਉਹ ਵਿਛੋੜਾ ਲੱਥ ਜਾਂਦਾ, ਦੂਰ ਹੋ ਜਾਂਦਾ ਹੈ।